सिक्स चैनल देख रही सारिया संगतां दा साडे शो दे विच स्वागत है, जिसका नाम है स्पैशल रिपोर्ट। तो मैं हाँ जसप्रीत सिंह अशक। साडे शो स्पैशल रिपोर्ट दे विच असी हफ्ता दर्शन जानी कि हफ्ते दीयां वड्डियां खबरां उत्ते चर्चा करांगे। तो इन्हां वड्डियां खबरां उत्ते चर्चा करन लई साडे नाल ने इस समय मौजूद माहिर ते उगे वकील धारनी साहब। आओ सब तो पहले ना स्वागत करते हैं, फिर आप चर्चा करते हैं खबरां। धारनी साहब स्वागत है थोड़ा। थैंक यू वेरी मच जी। धारनी साहब, जिवें मैं स्टार्टिंग ते दस्सिया भी असीं अपने शो दे विच हफ्ता दर्शन जानी कि हफ्ते दीयां वड्डियां खबरां उत्ते चर्चा करते हैं। जे असीं हफ्ते उत्ते नज़र मारदे तां सब तो पहला जिहड़ी वड्डी खबर है वो आउंदी है किसानां दे सुसाइड नूं लैके ही। पंजाब सरकार वालों चर्चा की गई कि जिहड़े किसान सुसाइड कर रहे उन्होंने रोकण दे मद्देनज़र जां करजे माफ़ नूं लैके 2.5 एकड़ तो घੱਟ ਜ਼ਮੀਨ तक ਕਰਜ਼ਾ ਮਾफ़ ਕਰਨ ਦੀ ਗੱਲ ਕੀਤੀ ਗਈ। 9 ਮਹੀਨੇ ਬਾਅਦ ਇੱਕ ਫਰਮਾਨ ਆਉਂਦਾ, ਇੱਕ ਲਿਸਟ ਜਾਰੀ ਹੁੰਦੀ ਹੈ ਤੇ ਕਰਜ਼ੇ ਮਾफ़ ਦੀ ਗੱਲ ਆਉਂਦੀ ਹੈ ਵੀ ਜਿਹਦੀ 2.5 ਏਕੜ ਤੋਂ ਘੱਟ ਜ਼ਮੀਨ ਉਹਨੂੰ ਮਾफ़ ਕੀਤਾ ਜਾਊਗਾ। ਕੁਝ ਕਿਸਾਨਾਂ ਦੇ ਨਾਮ ਇਸ 'ਚ ਵੀ ਨਹੀਂ ਆਉਂਦੇ ਜਿਨ੍ਹਾਂ ਦੀ 2.5 ਏਕੜ ਕੀ 1.5 ਏਕੜ ਜ਼ਮੀਨ ਹੈ। ਜੇ ਗੱਲ ਕਰਦੇ ਹਾਂ ਉਦਮ ਸਿੰਘ ਹੋਣਾ ਦੇ ਪੋਤਰੇ ਦੀ, ਉਹ ਵੀ ਸੁਸਾਈਡ ਕਰ ਗਏ ਨੇ। ਇਸੇ ਮਾਮਲੇ ਦੇ ਉਹਨਾਂ ਦਾ ਨਾਮ ਨਹੀਂ ਆਇਆ, ਕਿਸੇ ਦਾ ਨਾਮ ਆ ਰਿਹਾ, ਕਿਸੇ ਦਾ ਨਹੀਂ ਆ ਰਿਹਾ। ਕੀ ਲੱਗ ਰਿਹਾ, ਕੀ ਕਰ ਰਹੀ ਹੈ ਸਰਕਾਰ? देखो अशक साहब, ये ਜਿਹੜਾ मैटर है ना, ये बहुत ही वास्ट और ਵੱਡਾ मैटर हो चुके है और ਇਹਦੇ ਵਿੱਚ ਦੋਹੇ ਪਹਿਲੂ ਜਾਣ ਦੀ ਲੋੜ ਹੈ। ਪਹਿਲਾ ਪਹਿਲੂ ਹੈਗਾ ਕਿ ਜੇ ਆਪਾਂ ਇਹਨੂੰ ਬਹੁਤ ਵੱਡੇ ਐਂਗਲ ਤੋਂ ਦੇਖਿਆ ਜਾਵੇ ਤਾਂ ਇਹ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਸਰਕਾਰਾਂ ਜਿਹੜੀਆਂ ਅੱਜ ਕੱਲ੍ਹ ਮੈਨੀਫੈਸਟੋ ਬਣਾਉਂਦੀਆਂ, ਉਹਨਾਂ ਮੈਨੀਫੈਸਟੋ ਦੇ ਵਿੱਚ ਬਿਨਾਂ ਕਿਸੇ ਗੱਲਬਾਤ ਤੋਂ, ਜਿਵੇਂ ਕਾਂਗਰਸ ਨੇ ਪ੍ਰਸ਼ਾਂਤ ਕਿਸ਼ੋਰ ਦੇ ਕਹਿਣ ਤੇ ਇੱਕ ਇਸ ਤਰ੍ਹਾਂ ਦਾ ਲੋਲੀਪੌਪ ਬਣਾ ਕੇ ਜਿਹੜਾ ਹੈਗਾ ਪਬਲਿਕ ਦੇ ਵਿੱਚ ਧੱਕਤਾ, ਜਿਹੜਾ ਕਦੇ ਪੋਸੀਬਲ ਹੀ ਨਹੀਂ ਸੀ ਹੋ ਸਕਦਾ। ਸੋ ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਹੈ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਕੋਰੇ ਔਰ ਫੋਕੇ ਵਾਅਦੇ ਹੈਗੇ ਆ, ਇਹਨਾਂ ਨੂੰ ਰੋਕਣਾ ਚਾਹੀਦਾ ਹੈ। ਇਹ ਜਦੋਂ ਮੈਨੀਫੈਸਟੋ ਬਣੇ ਇਹਨੂੰ ਜਾਂ ਤਾਂ ਕੋਈ ਲੀਗਲ ਡਾਕੂਮੈਂਟ ਬਣਾਉਣਾ ਚਾਹੀਦਾ, ਜੇ ਉਹ ਇਸ ਤਰ੍ਹਾਂ ਦੇ ਵਾਅਦੇ ਕਰ ਵੀ ਲਏ ਤਾਂ ਉਹਨਾਂ ਨੂੰ ਪੂਰੇ ਕਰਨਾ ਚਾਹੀਦਾ। ਔਰ ਦੂਜਾ ਐਂਗਲ ਇਸ 'ਤੇ ਇਹ ਹੈਗਾ ਕਿ ਕਿਸਾਨਾਂ ਨੂੰ ਵੀ ਇਹਦੇ ਬਾਰੇ 'ਚ ਸੋਚਣਾ ਪਊਗਾ। ਦੇਖੋ, ਮੈਂ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕਾਂ ਨੂੰ ਵੀ ਜਾਣਦਾ ਜਿਹੜੇ ਬਹੁਤ ਛੋਟੀ ਛੋਟੀ, ਜਿਨ੍ਹਾਂ ਕੋਲ ਕੋਈ ਜ਼ਮੀਨਾਂ ਨਹੀਂ ਹੈਗੀਆਂ, ਉਹਨਾਂ ਦਾ ਬੜਾ ਵਧੀਆ ਗੁਜ਼ਾਰਾ ਚੱਲਦਾ, ਬੜੀ ਵਧੀਆ ਉਹਨਾਂ ਦੀ ਜ਼ਿੰਦਗੀ ਬਸਰ ਹੋ ਰਹੀ ਹੈ। ਪਰ ਕਿਸੇ ਨਾ ਕਿਸੇ ਮੈਂ ਸਮਝਦਾ ਤਰੀਕੇ ਦੇ ਨਾਲ ਕਿਸਾਨ ਵੀ ਉਨੇ ਹੀ ਜ਼ਿੰਮੇਵਾਰ ਹੈ ਜਿੰਨੀ ਕਿ ਸਰਕਾਰ ਜ਼ਿੰਮੇਵਾਰ ਹੈਗੀ ਹੈ। ਕਿਉਂਕਿ ਜੇ ਕਿਸੇ ਨੂੰ ਆਦਤ ਪਾ ਦਈਏ ਨਾ ਆਪਾਂ ਫੀਮ ਖਾਣ ਦੀ, ਤਾਂ ਉਹ ਫਰੀ ਦੀ ਫੀਮ ਹੈ ਜਿਹੜੀ ਜਿੰਨੀ ਮਰਜ਼ੀ ਮਿਲੀ ਜਾਵੇ ਖਾਈ ਜਾਊਗਾ। ਤੁਸੀਂ ਅੱਜ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ਼ ਕਰ ਦਿਓ, ਕਿਸਾਨਾਂ ਨੇ ਕਰਜ਼ੇ ਲੈਣ ਤੋਂ ਫੇਰ ਨਹੀਂ ਹਟਣਾ, ਖੁਦਕੁਸ਼ੀਆਂ ਫੇਰ ਨਹੀਂ ਖਤਮ ਹੋਣੀਆਂ। ਆਪਾਂ ਨੂੰ ਦੇਖਣਾ ਇਹ ਪਊਗਾ ਕਿ ਇਹ ਖੁਦਕੁਸ਼ੀਆਂ ਦੇ ਪਿੱਛੇ ਰੀਜ਼ਨ ਕੀ ਹੈ। ਰੀਜ਼ਨ ਇਹ ਹੈਗਾ ਕਿ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਹੈਗੀਆਂ ਉਹਨਾਂ ਦਾ ਭਾਅ ਕੋਈ ਨਹੀਂ ਫਿਕਸ ਕਰਿਆ ਜਾ ਰਿਹਾ। ਇਸ ਤਰ੍ਹਾਂ ਦੇ ਕਮਿਸ਼ਨ ਬਣਾ ਦਿੱਤੇ ਜਾਂਦੇ, ਇਸ ਤਰ੍ਹਾਂ ਦੇ ਵੱਡੇ ਵੱਡੇ ਵਾਅਦੇ ਕਰ ਦਿੱਤੇ ਜਾਂਦੇ ਆ। ਗੌਰਮੈਂਟਾਂ ਦਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਰੋਲ ਹੈਗਾ। ਜੇ ਆਪਾਂ ਇਕੱਲੀ ਕਾਂਗਰਸ ਸਰਕਾਰ ਨੂੰ ਆਪਾਂ ਦੋਸ਼ ਦਈਏ, ਕਾਂਗਰਸ ਦਾ ਇਕੱਲੀ ਦਾ ਦੋਸ਼ ਨਹੀਂ ਹੈਗਾ, ਸੈਂਟਰ ਦਾ ਵੀ ਉਨਾ ਹੀ ਦੋਸ਼ ਹੈਗਾ। ਸੈਂਟਰ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਕਿਸਾਨ ਹੈ ਜਿਹੜੇ, ਇਹਨਾਂ ਦੀਆਂ ਫਸਲਾਂ ਬਾਰੇ ਕਿਉਂ ਨਹੀਂ ਸੋਚਿਆ ਜਾ ਰਿਹਾ। ਇਹਨਾਂ ਦੀਆਂ ਫਸਲ ਹੁਣ ਤੁਸੀਂ ਅੱਜ ਕੱਲ੍ਹ ਦੇਖ ਲਓ, ਆਲੂ ਆਇਆ ਮਾਰਕੀਟ ਦੇ ਵਿੱਚ, ਆਲੂ ਜਿਹੜਾ ਹੈਗਾ ਸੜਕਾਂ ਦੇ ਉੱਤੇ ਰੁਲਦਾ ਫਿਰਦਾ। ਜਿੱਦਣ ਆਲੂ ਨੇ ਕਿਸਾਨ ਦੇ ਕਬਜ਼ੇ ਦੇ ਵਿੱਚੋਂ ਬਾਹਰ ਨਿਕਲ ਜਾਣਾ, ਨਾਲ ਦੀ ਨਾਲ ਵਪਾਰੀਆਂ ਨੇ ਜਿਹੜਾ ਹੈਗਾ, ਜਿਵੇਂ ਪਿਆਜ਼ ਜਦੋਂ ਮਾਰਕੀਟ ਦੇ ਵਿੱਚ ਕਿਸਾਨਾਂ ਦਾ ਆਉਂਦਾ, ਨਾਲ ਦੀ ਨਾਲ ਹੀ ਉਸ ਨੂੰ ਜਿਹੜਾ ਹੈਗਾ ਸਟੋਰ ਕਰ ਲਿਆ ਜਾਂਦਾ। ਔਰ ਜਦੋਂ ਕਿਸਾਨਾਂ ਦੇ ਹੱਥ ਦੇ ਵਿੱਚੋਂ ਨਿਕਲ ਜਾਂਦਾ, ਨਾਲ ਦੀ ਨਾਲ ਇਹ ਜਿਹੜੇ ਵੱਡੇ ਵੱਡੇ ਵਪਾਰੀ ਬੈਠੇ ਹੈਗੇ ਆ, ਉਹ ਉਸ ਨੂੰ ਮਨ ਚਾਹੇ ਮੁੱਲ ਤੇ ਜਿਹੜੇ ਹੈਗੇ ਵੇਚ ਰਹੇ ਆ। 80 ਰੁਪਏ ਕਿਲੋ, 100 ਰੁਪਏ ਕਿਲੋ ਤੱਕ ਪਿਆਜ਼ ਵੇਚਿਆ ਜਾ ਰਿਹਾ। ਬਿਲਕੁਲ ਦੋਨੇ ਪਾਸੇ ਤੋਂ ਕਿਸਾਨ ਪਿਸ ਰਿਹਾ ਹੈ। ਔਰ ਕਿਸਾਨ ਦਾ, ਔਰ ਆਲ ਓਵਰ ਵਰਲਡ ਦੇ ਵਿੱਚ ਕਿਸਾਨ ਦੀ ਹਾਲਤ ਇਹ ਹੈਗੀ ਹੈ। ਔਰ ਮੈਨੂੰ ਇਹ ਲੱਗਦਾ ਵੀ ਸਾਰਿਆਂ ਨੂੰ ਸੋਚਣਾ ਪਊਗਾ ਮਿਲ ਬੈਠ ਕੇ ਵੀ ਕਿਸਾਨ ਨੂੰ ਕਿਵੇਂ ਬਚਾਇਆ ਜਾਵੇ, ਕਿਸਾਨਾਂ ਦੇ ਫਸਲੀ ਚੱਕਰ 'ਚੋਂ ਕੱਢਿਆ ਜਾਵੇ। ਔਰ ਨੰਬਰ 2 ਤੇ ਕਿਸਾਨਾਂ ਦੇ ਨਿਰਧਾਰਤ ਮੁੱਲ ਕੀਤੇ ਜਾਣ, ਫਿਕਸ ਕੀਤੇ ਜਾਣ। ਔਰ ਦੇਖੋ, ਮੈਂ ਤੁਹਾਨੂੰ ਪੁਰਾਣੀ ਗੱਲ ਦੱਸਦਾ, ਇੱਕ ਟਾਈਮ ਇਹੋ ਜਿਹਾ ਸੀ ਜਦੋਂ ਕਿਸਾਨ ਘੱਟੋ ਘੱਟ ਆਪਣੇ ਘਰ ਲਈ ਸਬਜ਼ੀ ਭਾਜੀ ਔਰ ਇਸ ਤੋਂ ਇਲਾਵਾ ਘਰ ਦਾ ਉਹਦਾ ਦੁੱਧ ਹੁੰਦਾ ਸੀ, ਔਰ ਘਰ ਦੀਆਂ ਜਿਹੜੀਆਂ ਸਾਰੀਆਂ ਜਿਹੜੀਆਂ ਹੈਗੀਆਂ ਦਾਲਾਂ ਹੋ ਜਾਂਦੀਆਂ ਸੀ। ਅੱਜ ਉਸ ਚੱਕਰ 'ਚੋਂ ਕਿਸਾਨ ਨਿਕਲ ਗਿਆ, ਨਾ ਕੋਈ ਦਾਲ ਬੀਜਦਾ, ਨਾ ਕੋਈ ਸਬਜ਼ੀਆਂ ਲਾਉਂਦਾ,
ਔਰ ਸਵੇਰੇ ਚੱਕ ਕੇ ਔਰ ਚੰਗੇ ਚੰਗੇ ਕਿਸਾਨਾਂ ਨੂੰ ਦੇਖੋਗੇ ਸਵੇਰੇ ਸਬਜ਼ੀਆਂ ਦੀਆਂ ਦੁਕਾਨਾਂ ਤੇ ਖੜੇ ਜਿਹੜੇ ਹੈਗੇ ਆ ਸਬਜ਼ੀ ਖਰੀਦ ਰਹੇ ਹੁੰਦੇ ਆ। ਸੋ ਇਸ ਕਰਕੇ ਦੋਵੇਂ ਧਿਰਾਂ ਜਿਹੜੀਆਂ ਜ਼ਿੰਮੇਵਾਰ ਹੈਗੀਆਂ। ਸਰਕਾਰ ਦੇ ਵਾਅਦਿਆਂ ਦੀ ਗੱਲ ਹੈ ਨਾ, ਸਰਕਾਰ ਨੇ ਤਾਂ ਵਾਅਦੇ ਕੀਤੇ ਨੇ ਤੇ ਆਪਣੇ ਵਾਅਦੇ ਤੋਂ ਘਟਦੀ 9 ਮਹੀਨੇ ਬਾਅਦ ਇੱਕ 2.5 ਏਕੜ ਵਾਲੀ ਲਿਸਟ ਜਾਰੀ ਕਰਦੀ ਹੈ ਤੇ 2.5 ਏਕੜ ਵਾਲੀ ਲਿਸਟ ਵੀ ਸਹੀ ਨਹੀਂ ਹੈਗੀ। ਉਹ ਦੇਖੋ, ਉਹ ਤਾਂ ਦੇਖੋ ਮੈਂ ਇਹਦੇ ਤੇ ਲੰਬੀ ਚੌੜੀ ਬਹਿਸ ਕੀ ਕਰਾਂ। ਅੱਜ ਇੱਕ ਟ੍ਰਿਬਿਊਨ ਦੇ ਵਿੱਚ ਆਇਆ ਵਾ ਕਿ ਪਰਲ ਕੰਪਨੀ ਦਾ ਜਿਹੜਾ ਡਾਇਰੈਕਟਰ ਜਿਹਨੇ ਖਬਰ ਨਹੀਂ ਕਿੰਨੇ ਹਜ਼ਾਰ ਕਰੋੜ ਰੁਪਏ ਦਾ ਘਪਲਾ ਕੀਤਾ, ਉਸ ਬੰਦੇ ਦਾ ਜਿਹੜਾ ਹੈਗਾ ਕਰਜ਼ਾ ਮਾਫ ਹੋਇਆ ਔਰ ਉਸ ਦੇ ਮੁਕਾਬਲੇ ਦੇ ਵਿੱਚ ਜਿਹੜਾ ਹੈਗਾ ਉਸ ਕਿਸਾਨ ਪਿੰਡ ਦਾ ਇੱਕ ਕਿਸਾਨ ਹੈ ਜਿਹੜਾ ਉਹਦਾ ਵਿਚਾਰੇ ਦਾ ਲਿਸਟ ਦੇ ਵਿੱਚ ਵੀ ਨਾਂ ਹੈ ਨਹੀਂ। ਸੋ ਇਹ ਤਾਂ ਮਤਲਬ ਇਹ ਤਾਂ ਸਰਕਾਰਾਂ ਦੀਆਂ ਮਤਲਬ ਹੰਝੂ ਪੋਚਣ ਵਾਲੀਆਂ ਗੱਲਾਂ ਹੈਗੀਆਂ। ਇਹਦੇ ਵਿੱਚ ਮੈਨੂੰ ਕੋਈ ਸੱਚਾਈ ਵਾਲੀ ਗੱਲ ਨਹੀਂ ਲੱਗਦੀ, ਨਾ ਹੀ ਕਿਸੇ ਨੇ। ਇਹ ਤਾਂ ਇੱਕ ਡਰਾਮਾ ਜਿਹਾ ਕਰਤਾ ਮਾਨਸਾ ਦੇ ਵਿੱਚ ਕੈਪਟਨ ਸਾਹਿਬ ਨੇ। ਨਾ ਕੈਪਟਨ ਸਾਹਿਬ ਦੇ ਬਸ ਹੈ ਕੁਛ, ਨਾ ਕੈਪਟਨ ਸਾਹਿਬ ਇੰਨਾ ਪੈਸਾ ਕਿਤੇ ਤੋਂ ਕੱਢ ਸਕਦੇ ਆ, ਨਾ ਹੀ। ਔਰ ਮੋਰ ਓਵਰ ਮੈਂ ਇਸ ਗੱਲ ਦੇ ਐਂਟੀ ਹਾਂ। ਦੇਖੋ, ਫੈਸਲੇ ਲੈਣ ਵਾਸਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ। ਅਸੀਂ ਲੋਕ ਇਨਕਮ ਟੈਕਸ ਭਰਦੇ ਹਾਂ, ਅਸੀਂ ਸਾਡੇ ਇਨਕਮ ਟੈਕਸ ਦਾ ਜਿਹੜਾ ਪੈਸਾ ਇਕੱਠਾ ਹੋਇਆ ਵਾ ਸੈਂਟਰ ਪੂਲ ਦੇ ਵਿੱਚ ਜਾਂ ਸਟੇਟ ਪੂਲ ਦੇ ਵਿੱਚ, ਜਿਹੜਾ ਸਾਡਾ ਪੈਸਾ ਇਕੱਠਾ ਹੋਇਆ ਵਾ ਉਹ ਤੁਸੀਂ ਇੱਕ ਬੰਦੇ ਨੂੰ ਜਿਹੜਾ ਹੈਗਾ ਤੁਸੀਂ ਦੇ ਰਹੇ ਆ। ਤੇ ਬਾਕੀ ਜਨਤਾ ਹੈ ਜਿਹੜੀ, ਜਾਂ ਤਾਂ ਇਹ ਹੈਗਾ ਵੀ ਲੋਨ ਇਹ ਹੈ ਵੀ ਆਲ ਓਵਰ ਸਟੇਟ ਦੇ ਵਿੱਚ ਜਿਹਦੇ ਲੋਨ ਹੈਗੇ ਸਾਰਿਆਂ ਦੇ ਮਾਫ ਕਰ ਦਿਓ, ਇੰਨੇ ਲੈਵਲ ਤੱਕ ਕਰ ਦਿਓ। ਸੋ ਮੈਂ ਇਹ ਸਮਝਦਾ ਕਿ ਬੜਾ ਵਾਸਟ ਟੌਪਿਕ ਹੈਗਾ ਜਿਹੜਾ ਤੁਸੀਂ ਛੇੜਿਆ। ਮੈਨੂੰ ਇਹ ਲੱਗਦਾ ਕਿ ਇਹ ਇਕੱਲੇ ਟੌਪਿਕ ਤੇ ਮੈਨੂੰ ਜੇ ਤੁਸੀਂ ਕਹੋ ਤਾਂ ਮੈਂ ਘੱਟੋ ਘੱਟ 3 ਘੰਟੇ ਜਾਂ 4 ਘੰਟੇ ਇਸ ਟੌਪਿਕ ਤੇ ਬੋਲ ਸਕਦਾ, ਇਕੱਲੇ ਪਹਿਲੂ ਨੂੰ ਲੈ ਕੇ। ਮਤਲਬ ਅਸੀਂ ਮੁੱਖ ਦੀ ਗੱਲ ਇਹ ਕਰਦੇ ਹਾਂ ਵੀ ਸਿਰਫ ਸਰਕਾਰ ਆ ਜਿਹੜੀ ਆਪਣੀ ਵੋਟਾਂ ਲੈਣ ਨੂੰ ਆਪਣੇ ਇੱਕ ਵਾਅਦੇ ਜਿਹੜੇ ਝੂਠੇ ਵਾਅਦੇ ਕਰਦੀ ਜਾ ਰਹੀ ਹੈ ਤੇ ਕਿਸਾਨ ਮਰਦਾ ਜਾ ਰਿਹਾ, ਜਾਰੀ ਰਹੇਗਾ। ਬਿਲਕੁਲ ਤੁਹਾਡੇ ਸਾਹਮਣੇ ਹੈ। ਦੇਖੋ, ਜੇ ਮੈਂ ਇਸ ਪਾਸੇ ਨੂੰ ਜਾਵਾਂ, ਕਾਂਗਰਸ ਦੀਆਂ ਪਿਛਲੀਆਂ ਨੀਤੀਆਂ ਔਰ ਹੁਣ ਵਾਲੀਆਂ ਨੀਤੀਆਂ, ਕਿਸੇ ਕੋਲ ਚਿਰਾਗ ਤਾਂ ਕੋਈ ਹੈ ਨਹੀਂ ਜਿਹੜਾ ਚਿਰਾਗ ਬਾਲ ਕੇ ਜਿਹੜੇ ਹੈਗੇ ਪੈਸੇ ਇਕੱਠੇ ਕਰ ਲੂਗਾ। ਪਹਿਲਾਂ ਸਟੇਟ ਦਾ ਜਿਹੜਾ ਇੰਨਾ ਵੱਡਾ ਸਟੇਟ ਨੇ ਲੋਨ ਦੇਣਾ ਕਿੰਨੇ ਲੱਖ ਕਰੋੜ ਦਾ, ਪਹਿਲਾਂ ਸਟੇਟ ਉਸੇ ਨੂੰ ਦੇ ਦੇਵੇ ਤਾਂ ਕਿ ਲੋਕ ਸੌਖੇ ਹੋ ਜਾਣ। ਉਹ ਕਿਸੇ ਨੇ ਨਹੀਂ ਦੇਣਾ ਹੈਗਾ, ਨਾ ਹੀ ਉਹਨੂੰ ਕੋਈ ਸੈਂਟਰ ਸੋਚ ਰਿਹਾ ਹੈਗਾ। ਇੱਕ ਇੰਡੀਵਿਜੂਅਲ ਬੰਦਿਆਂ ਦੇ ਜਿਹੜੇ ਲੋਨਾਂ ਦੇ ਉੱਤੇ ਤੁਸੀਂ ਡਿਸਕਸ਼ਨ ਕਰ ਰਹੇ ਆ, ਇੰਡੀਵਿਜੂਅਲ ਬਾਰੇ ਤੁਸੀਂ ਸੋਚ ਰਹੇ ਆ, ਔਰ ਤੁਸੀਂ ਉਸ ਜਿਹੜਾ ਕਿਸਾਨ ਖੁਦਕੁਸ਼ੀ ਵੀ ਕਰ ਰਿਹਾ। ਮੈਂ ਵੀ ਕਿਸਾਨ ਹੈ, ਮੈਂ ਵੀ ਲੋਨ ਲਿਆ ਵਾ, ਮੈਂ ਕਦੇ ਨਹੀਂ ਕਿਸੇ ਦੇ ਅੱਗੇ ਹੱਥ ਅੱਡੇ। ਮੈਂ ਸੋਚਦਾ ਹਾਂ ਕਿ ਕਿਸਾਨ ਨੇ ਵੀ ਆਪਣੇ ਆਪ ਨੂੰ ਇੰਨਾ ਕਮਜ਼ੋਰ ਨਸ਼ਿਆਂ ਦੇ ਵਿੱਚ ਪਾ ਲਿਆ ਕਿ ਉਹ ਹੱਥ ਅੱਡਣ ਲਈ ਮਜਬੂਰ ਹੋ ਗਿਆ। ਉਹ ਰੀਜ਼ਨ ਇਹੀ ਹੈ, ਇੱਕ ਉਹਦੀ ਪਰਸਨਲ ਕਮਜ਼ੋਰੀਆਂ ਨਸ਼ੇ ਸ਼ਰਾਬ, ਦੂਜੀ ਕਮਜ਼ੋਰੀ ਹੈਗੀ ਆ ਉਹਦੇ ਨਜਾਇਜ਼ ਖਰਚੇ, ਵਿਆਹਾਂ 'ਤੇ ਖਰਚੇ ਔਰ ਕੋਠੀਆਂ 'ਤੇ ਖਰਚੇ, ਔਰ ਤੀਜਾ ਜਿਹੜਾ ਹੈਗਾ ਸਰਕਾਰ ਦਾ ਕਸੂਰ ਹੈ ਜਿਹੜਾ ਉਸ ਦੀ ਜਿਹੜੀ ਆਪ ਦੀ ਤੁਸੀਂ ਸਮਝਦੇ ਆ ਕਿ ਉਹਦਾ ਫਸਲੀ ਜਿਹੜਾ ਉਹਨੂੰ ਪੂਰਾ ਮੁੱਲ ਨਹੀਂ ਮਿਲ ਰਿਹਾ, ਜਿਹਦੇ ਕਰਕੇ ਉਹ ਖੁਸ਼ਹਾਲ ਨਹੀਂ ਹੋ ਰਿਹਾ। ਅੱਛਾ, ਚਲੋ ਆਪਾਂ ਇਸ ਹਫ਼ਤੇ ਦੀ ਦੂਜੀ ਵੱਡੀ ਖਬਰ ਵੱਲ ਵਧਦੇ ਹਾਂ। ਦੂਜੀ ਵੱਡੀ ਖਬਰ ਜੇ ਅਸੀਂ ਗੱਲ ਕਰੀਏ ਤਾਂ ਉਹ ਹੈਗੀ ਆ 1984 ਦੇ ਕਤਲੇਆਮ ਨੂੰ ਲੈ ਕੇ। 1984 ਦੇ ਕਤਲੇਆਮ ਨੂੰ ਲੈ ਕੇ 241 ਮਾਮਲੇ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਸੀ, ਉਸ ਦੇ ਵਿੱਚ 186 ਮਾਮਲਿਆਂ ਦੇ ਮੁੜ ਖੋਲ੍ਹਣ ਨੂੰ ਲੈ ਕੇ ਜਿਹੜੇ ਸੁਪਰੀਮ ਕੋਰਟ ਨੇ ਆਰਡਰ ਕਰ ਦਿੱਤੇ ਨੇ ਤਾਂ ਕਿ ਉਹਨਾਂ ਉੱਤੇ ਜਿਹੜੀ ਕਾਰਵਾਈ ਕੀਤੀ ਜਾਵੇ। ਇੱਕ ਜਿਹੜੀ 3 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ, ਇੱਕ ਸਾਬਕਾ ਜੱਜ ਵੀ ਨੇ। ਉਸ ਨੂੰ ਲੈ ਕੇ ਕੀ ਕਹਿੰਦੇ ਹੋ, ਕਿਉਂਕਿ ਬੜੇ ਲੰਬੇ ਸਮੇਂ ਤੋਂ ਇਨਸਾਫ ਨਹੀਂ ਮਿਲਿਆ। ਅੱਜ ਨਾ 34-35 ਵਰ੍ਹੇ ਹੋ ਚੁੱਕੇ ਨੇ ਤੇ ਕਦ ਤੱਕ ਇੱਦਾਂ ਹੀ ਚੱਲਦਾ ਰਹੂਗਾ? ਕੀ ਲੱਗਦਾ ਹੁਣ ਕੁਝ ਠੋਸ ਕਾਰਵਾਈ ਹੋਊ? ਦੇਖੋ, 1984 ਦਾ ਜਿਹੜਾ ਦੁਖਾਂਤ ਸੀ ਉਹ ਸੀ ਆਪਣੀ ਅੱਖੀਂ ਦੇਖਿਆ ਔਰ ਪਿੰਡੇ ਤੇ ਹਟਾਇਆ। ਜੋ ਲੋਲੀਪੌਪ 1984 ਤੋਂ ਲੈ ਕੇ ਅੱਜ ਤੱਕ ਮਿਲਦੇ ਆ ਰਹੇ ਆ, ਉਹੀ ਲੋਲੀਪੌਪ ਹੈ ਜਿਹੜੇ ਅੱਗੇ ਹੋਣਗੇ। ਮੈਂ ਤੁਹਾਡੇ ਚੈਨਲ ਤੇ ਅੱਜ ਕਹਿ ਰਹੇ ਹਾਂ, ਬਿਲਕੁਲ ਇਸ ਨੂੰ ਬਿਲਕੁਲ ਕਲੀਅਰ ਹੈ। ਦੇਖੋ, ਜਿਹੜੀ ਸਰਕਾਰ ਆਉਂਦੀ ਹੈ ਇੱਕ ਸਿੱਟ ਬਣਾ ਦਿੰਦੀ ਹੈ। ਆਮ ਆਦਮੀ ਪਾਰਟੀ ਆਈ, ਉਹਨੇ ਇੱਕ ਸਿੱਟ ਬਣਾਈ ਔਰ ਵੱਡੇ ਜਿਹੜੇ ਹੈਗੇ ਆ ਉਹਨਾਂ ਨੇ ਵਾਅਦੇ ਕੀਤੇ ਕੇਜਰੀਵਾਲ ਜੀ ਨੇ ਕਿ ਮੈਂ ਇੰਨੇ ਦਿਨਾਂ ਦੇ ਵਿੱਚ ਸਾਰੇ ਕੇਸ ਹੈ ਜਿਹੜੇ ਫੈਸਲੇ ਕਰ ਦੂੰਗਾ ਤੇ ਉਦੋਂ ਤੱਕ ਮੈਂ ਜਿਹੜਾ ਹੈਗਾ ਕੁਛ ਨਹੀਂ ਕਰੂੰਗਾ। ਪਰ ਅੱਜ ਪੋਜੀਸ਼ਨ ਇਹ ਹੋ ਚੁੱਕੀ ਹੈ, ਇਸ ਤਰ੍ਹਾਂ ਦੇ ਮਤਲਬ ਲੋਲੀਪੌਪਾਂ ਤੇ ਕਹਾਣੀ ਚਲੀ ਗਈ ਹੈ ਕਿ ਅੱਜ
ਵੈਸੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸੁਪਰੀਮ ਕੋਰਟ ਨੇ ਇੱਕ ਸਿੱਟ ਬਣਾਈ ਹੈ। ਸੁਪਰੀਮ ਕੋਰਟ ਉਹਦੇ 'ਤੇ ਕੀ ਟਾਈਮ ਫਰੇਮ ਕਰਦੀ ਹੈ, ਕਿਸ ਤਰ੍ਹਾਂ ਦੀ। ਹੁਣ ਮੈਂ ਤੁਹਾਨੂੰ ਸਿੰਪਲ ਇੱਕ ਗੱਲ ਦੱਸਦਾ। ਦੇਖੋ ਮੈਂ ਇਸ ਪ੍ਰੋਫੈਸ਼ਨ ਦੇ ਨਾਲ ਜੁੜਿਆ ਵਾ ਹੁਣ ਕਰਕੇ, ਇਸ ਪ੍ਰੋਫੈਸ਼ਨ ਦੇ ਵਿੱਚ ਹੈ। ਦੇਖੋ ਸਬੂਤ ਤਾਂ ਜੇ ਅੱਧੇ ਘੰਟੇ ਦੇ ਵਿੱਚ ਮਿਟਾਇਆ ਜਾਵੇ ਤਾਂ ਉਸ ਸਬੂਤ ਦੇ ਉੱਤੇ ਕੋਰਟ ਹੈ ਜਿਹੜੀ ਕੋਈ ਫੈਸਲਾ ਨਹੀਂ ਲੈ ਸਕਦੀ। ਉਹ ਕਹਿ ਦਿੰਦੀ ਹੈ ਸਬੂਤ ਮਿਟ ਗਏ, ਹੈ ਜੀ, ਬੈਨੀਫਿਟ ਆਫ ਡਾਊਟ ਦੇ ਦਿੰਦੀ ਹੈ। ਅੱਜ ਮੈਂ ਹੈਰਾਨ ਹੋ ਰਿਹਾ ਸੁਪਰੀਮ ਕੋਰਟਾਂ 'ਤੇ, ਸਟੇਟਾਂ 'ਤੇ, ਵੱਡੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ 'ਤੇ ਕਿ ਇਹ 35 ਸਾਲ ਬਾਅਦ ਸੁਪਰੀਮ ਕੋਰਟ ਘੱਟੋ ਘੱਟ ਜਾਗ ਤਾਂ ਪਈ। 35 ਸਾਲ ਬਾਅਦ ਸੁਪਰੀਮ ਕੋਰਟ ਜਾਗੀ ਹੈ ਔਰ ਇੱਕ ਸਿੱਟ ਬਣਾਈ ਹੈ। ਕੀ ਗੱਲ ਇਹ ਪਹਿਲਾਂ ਕਦੇ ਕਿਸੇ ਦੇ ਦਿਮਾਗ ਦੇ ਵਿੱਚ ਨਹੀਂ ਸੀ ਆਇਆ ਕਿ ਸਿੱਟ ਕਿਸੇ ਨੂੰ ਬਣਾਉਣੀ ਚਾਹੀਦੀ ਹੈ? ਕੀ ਇਹ ਜਦੋਂ ਸਾਰੇ ਜਿਹੜੇ ਹੈਗੇ ਆ ਮੁਰਦੇ ਧਰਤੀ ਦੇ ਵਿੱਚ ਦਬ ਚੁੱਕੇ ਆ, ਦਫਨ ਹੋ ਚੁੱਕੇ ਆ, ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਜਾਂ ਲੋਕਾਂ ਦੇ ਨੁਕਸਾਨ ਹੋਏ, ਜਿਨ੍ਹਾਂ ਦੇ ਮਾਂ-ਬਾਪ ਮਰੇ, ਉਹ ਬੱਚੇ ਅੱਜ ਜਿਹੜੇ ਹੈਗੇ ਆ ਜਵਾਨ ਹੋ ਕੇ ਉਹ ਧੀਆਂ ਪੁੱਤਰਾਂ ਵਾਲੇ ਹੋ ਚੁੱਕੇ ਆ, ਆਪਣੇ ਬੱਚੇ ਵਿਆਹ ਚੁੱਕੇ ਆ। ਔਰ ਤੁਸੀਂ ਅੱਜ ਜਿਹੜੀ ਹੈਗੀ 35 ਸਾਲ ਬਾਅਦ ਇੱਕ ਸਿੱਟ ਬਣਾ ਰਹੇ ਆ। ਬੜੀ ਹਾਸੋਹੀਣੀ ਗੱਲ ਹੈ। ਮੈਂ ਤੁਹਾਡੇ ਚੈਨਲ 'ਤੇ ਇਹ ਗੱਲ ਕਹਿ ਰਿਹਾ, ਸੁਪਰੀਮ ਕੋਰਟ ਨੇ ਸਿੱਟ ਬਣਾਈ ਹੈ, ਕੋਈ ਰਿਜ਼ਲਟ ਨਹੀਂ ਨਿਕਲੂਗਾ। ਬਿਲਕੁਲ ਐਜ਼ ਇਟ ਇਜ਼ ਜੋ ਹੈ ਉਸ ਤਰ੍ਹਾਂ ਦਾ ਉਸ ਤਰ੍ਹਾਂ ਰਹੂਗਾ। ਰਾਜਨੀਤੀ ਹੋਣੀ ਸ਼ੁਰੂ ਹੋ ਗਈ ਆ ਕਿਤੇ। ਇਸ ਫੈਸਲੇ ਦਾ ਕੈਪਟਨ ਅਮਰਿੰਦਰ ਸਵਾਗਤ ਕਰਦੇ ਨੇ ਤੇ ਉੱਤੋਂ ਸੁਖਬੀਰ ਬਾਦਲ ਹੋਣਾ ਦਾ ਫਿਰ ਬਿਆਨ ਆਉਂਦਾ ਉਸ ਉੱਤੇ ਕਿ ਕੈਪਟਨ ਇੱਕ ਆਪਣੇ ਡਰਾਮਾ ਬੰਦ ਕਰਨ। ਜੇ ਵਾਕਈ ਗੰਭੀਰ ਨੇ ਤਾਂ ਉਹ ਕਾਂਗਰਸ ਵੱਲੋਂ ਰਿਜ਼ਾਈਨ ਦੇਣ, ਪਹਿਲਾਂ ਕਾਂਗਰਸ ਦੀ ਉਹ ਕਰੀਸਤਾਨੀ ਹੈ ਸਾਰੀ, ਕਹਿੰਦੇ। ਬਿਲਕੁਲ, ਦੇਖੋ ਇਹ ਤਾਂ ਬੜੀ ਕਲੀਅਰ ਗੱਲ ਹੈਗੀ ਹੈ। ਦੇਖੋ ਇਸ ਚੀਜ਼ ਨੂੰ ਕੈਪਟਨ ਅਮਰਿੰਦਰ ਸਿੰਘ ਹੋਣੀ ਖੁਦ ਮੰਨਦੇ ਆ ਵੀ ਇਹ ਜਿਹੜੀ 84 ਦਾ ਜਿਹੜਾ ਦੁਖਾਂਤ ਹੋਇਆ ਉਸ ਦੇ ਵਿੱਚ ਕਾਂਗਰਸ ਖੁਦ ਜ਼ਿੰਮੇਵਾਰ ਸੀ। ਮੈਂ ਇੱਕ ਬੁੱਕ ਕੈਪਟਨ ਸਾਹਿਬ ਦੀ ਪੜ੍ਹ ਰਿਹਾ ਸੀ, ਕੈਪਟਨ ਅਮਰਿੰਦਰ ਸਿੰਘ ਦਾ ਪੀਪਲਜ਼ ਮਹਾਰਾਜਾ, ਰਿਟਨ ਬਾਈ ਖੁਸ਼ਵੰਤ ਸਿੰਘ। ਉਸ ਦੇ ਵਿੱਚ ਮੈਂ ਬੜਾ ਡਿਟੇਲ ਦੇ ਵਿੱਚ ਇਹਨਾਂ ਦਾ ਪੜ੍ਹਿਆ ਕਿ ਉਸ ਟਾਈਮਾਂ ਦੇ ਵਿੱਚ ਔਰ ਉਸ ਟਾਈਮ 'ਤੇ ਇਸ ਘਟਨਾ ਕਾਰਨ ਸਰਦਾਰ ਅਮਰਿੰਦਰ ਸਿੰਘ ਇੱਕ ਵਾਹਿਦ ਆਦਮੀ ਸੀ ਜਿਨ੍ਹਾਂ ਨੇ ਜਿਹੜਾ ਹੈਗਾ ਉਸ ਜਗ੍ਹਾ ਦੇ ਉੱਤੇ ਰਿਜ਼ਾਈਨ ਕੀਤਾ ਸੀ। ਔਰ ਰਿਜ਼ਾਈਨ ਕਰਕੇ ਇਕੱਲੇ ਬੰਦੇ, ਮੈਂ ਉਹਦੇ ਵਿੱਚ ਬਕਾਇਦਾ ਲਿਖਿਆ ਵਾ ਕਿ ਮੈਡਮ ਪੱਠਲ ਨੂੰ ਤੇ ਬਾਕੀ ਹੋਰ ਜਿੰਨੇ ਉਸ ਟਾਈਮ ਦੇ ਮੈਂਬਰ ਪਾਰਲੀਮੈਂਟ ਸੀ ਉਹਨਾਂ ਨਾਲ ਵੀ ਉਹਨਾਂ ਨੇ ਗੱਲ ਕੀਤੀ, ਜਿਨ੍ਹਾਂ ਸਰਦਾਰ ਬੇਅੰਤ ਸਿੰਘ ਵੀ ਸੀ, ਪਰ ਕਿਸੇ ਨੇ ਨੋਬੋਡੀ ਰਿਜ਼ਾਈਨ। ਸਿਰਫ ਇਹ ਸੀ ਇਕੱਲੇ ਗਏ, ਇਹਨਾਂ ਦੇ ਨਾਲ ਕੋਈ ਬੰਦਾ ਨਹੀਂ ਸੀ ਤੁਰਿਆ। ਔਰ ਇਹ ਉੱਥੇ ਗਏ ਦਿੱਲੀ ਜਾ ਕੇ ਨਾ ਰਿਜ਼ਾਈਨ ਕੀਤਾ। ਰਿਜ਼ਾਈਨ ਕਰਨ ਤੋਂ ਬਾਅਦ ਇਹਨਾਂ ਨੂੰ ਕਾਫੀ ਕੁਛ ਸਹਿਣਾ ਵੀ ਪਿਆ, ਕਾਂਗਰਸ ਦੀ ਨਫ਼ਰਤ ਵੀ ਸਹਿਣੀ ਪਈ। ਪਰ ਅੱਜ ਉਹੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਉਹ ਸਾਰਾ ਕੁਛ ਦੁਖਾਂਤ ਦੇਖਿਆ ਸੀ, ਜਿਹਦੇ ਅਗੇਂਸਟ ਉਹਨਾਂ ਨੇ ਆਪਣਾ ਜਿਹੜਾ ਹੈਗਾ ਸੀ ਰੋਸ ਪ੍ਰਗਟ ਕੀਤਾ ਸੀ, ਅੱਜ ਉਹੀ ਕੈਪਟਨ ਅਮਰਿੰਦਰ ਸਿੰਘ ਉਸੇ ਤਰਜ਼ ਦੇ ਉੱਤੇ ਜਿਹੜਾ ਹੈਗਾ ਦੁਆਰਾ ਭੰਗੜਾ ਪਾ ਰਹੇ ਹਨ। ਅੱਛਾ, ਆਪਾਂ ਹੁਣ ਤੀਜੀ ਖਬਰ ਵੱਲ ਵਧਦੇ ਹਾਂ। ਤੀਜੀ ਜਿਹੜੀ ਵੱਡੀ ਖਬਰ ਹੈ, ਬੇਅਦਬੀਆਂ ਜਿਹੜੀਆਂ ਉਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪੰਜਾਬ ਦੇ ਵਿੱਚ। ਤੇ ਉਸ ਤੋਂ ਇਲਾਵਾ ਜਿਹੜੀ ਸਰਕਾਰ ਨੇ ਵਾਅਦੇ ਕੀਤੇ ਸੀਗੇ ਕਿ ਜਿੱਦਾਂ ਹੀ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਆਊਗੀ ਤਾਂ ਬੇਅਦਬੀਆਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਪਰ ਹਜੇ ਤੱਕ ਇਸ ਨੂੰ ਲੈ ਕੇ ਵੀ ਕੋਈ ਠੋਸ ਤਰੀਕਾ ਜਿਹੜਾ ਨਿਕਲ ਨਹੀਂ ਰਿਹਾ, ਕਿਉਂਕਿ ਸਿਰਫ ਕਮੇਟੀਆਂ ਹੀ ਬਣਦੀਆਂ ਨੇ, ਕਾਰਵਾਈਆਂ ਨਹੀਂ ਹੋ ਰਹੀਆਂ। ਕਿਉਂ? ਦੇਖੋ ਇਹ ਤਾਂ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਕਹਿ ਰਿਹਾ, ਸਾਰੀਆਂ ਖਬਰਾਂ ਦਾ ਮੇਨ ਨਿਚੋੜ ਹੀ ਆ ਜਾਂਦਾ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇੱਕ ਸਰਕਾਰ ਦੀ ਬਾਗਡੋਰ ਸੰਭਾਲੀ ਸੀ ਜਾਂ ਸੰਭਾਲਣ ਤੋਂ ਪਹਿਲਾਂ ਲੋਕਾਂ ਦੀਆਂ ਵੋਟਾਂ ਲੈਣੀਆਂ ਸੀ, ਤਾਂ ਇਹ ਸਾਰੀਆਂ ਗੱਲਾਂ ਉਹਨਾਂ ਨੇ ਜਿਹੜੀਆਂ ਕੀਤੀਆਂ ਸੀ। ਔਰ ਉਹਦੇ 'ਚ ਨਸ਼ੇ ਦੀ ਗੱਲ ਵੀ ਸੀ, ਬੇਅਦਬੀਆਂ ਦੀ ਵੀ ਗੱਲ ਸੀ। ਔਰ ਤੁਹਾਡੇ ਸਾਹਮਣੇ ਹੀ ਹੈ ਕਿ ਉਹਨਾਂ ਨੇ ਉਹਦੇ ਉੱਤੇ ਕੀ ਕੀਤਾ। ਉਹਨਾਂ ਨੇ, ਮੈਨੂੰ ਲੱਗਦਾ ਵੀ ਸਰਕਾਰ ਦੇ ਵਿੱਚ ਆਪ ਤਾਂ ਬੋਲਣਾ ਬੰਦ ਹੀ ਕੀਤਾ ਵਾ ਔਰ ਮਾਊਥ ਪੀਸ ਕਿਸੇ ਹੋਰ ਨੂੰ ਬਣਾਇਆ ਵਾ ਹੈਗਾ, ਜਿਹੜੇ ਬਿਨਾਂ ਪੈਰ ਤੋਂ ਇੱਕ ਦਿਨ ਲੜ ਪੈਂਦੇ ਆ, ਦੂਜੇ ਦਿਨ ਉਸੇ ਤੋਂ ਯੂ ਟਰਨ ਮਾਰ ਜਾਂਦੇ ਆ। ਮੈਂ ਬੜਾ ਹੈਰਾਨ ਹੋ ਰਿਹਾ ਕਿ ਹੋਣਾ ਕੱਖ ਨਹੀਂ ਹੈਗਾ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕਿਸੇ ਬੇਅਦਬੀ ਵਾਲੇ ਨਹੀਂ ਫੜਨਾ। ਔਰ ਬੇਅਦਬੀ ਵਾਲੀ ਜਿਹੜੀ ਗੱਲ ਹੈਗੀ ਹੈ ਨਾ, ਦੇਖੋ ਇਹ ਇੱਕ ਸ਼ਰਾਰਤੀ ਮਨ ਦੀ ਉਪਜ ਹੈ। ਜਿਹੜਾ ਇਨਸਾਨ ਇੱਕ ਪਰਿਵਾਰਕ ਇਨਸਾਨ ਹੈਗਾ, ਜਿਹੜਾ ਇਨਸਾਨ ਪਰਮਾਤਮਾ ਤੋਂ ਡਰਨ ਵਾਲਾ, ਗੋਡ ਫੀਅਰਿੰਗ ਹੈਗਾ, ਉਹ ਕਦੇ ਕਿਸੇ ਵੀ ਧਰਮ ਦੀ ਜਿਹੜੀ ਹੈਗੀ ਹੈ ਬੇਅਦਬੀ ਨਹੀਂ ਕਰਦਾ। ਪਰ ਸ਼ਰਾਰਤੀ ਲੋਕ, ਚਾਹੇ ਉਹਦੇ ਵਿੱਚ ਬਾਹਰ ਦੀਆਂ ਏਜੰਸੀਜ਼ ਲਾ ਲਓ, ਪਾਕਿਸਤਾਨ ਏਜੰਸੀਜ਼ ਲਾ ਲਓ,
ਚਾਹੇ ਉਹਦੇ ਵਿੱਚ ਆਪਣੇ ਹਿੰਦੁਸਤਾਨ ਦੇ ਜਿਹੜੇ ਪੇਡ ਜਿਹੜੇ ਹੈਗੇ ਆ, ਜਿਨ੍ਹਾਂ ਦੇ ਰਾਹੀਂ ਆਪਣੀਆਂ ਇੰਟਰਨਲ ਏਜੰਸੀਜ਼ ਵੀ ਕੰਮ ਕਰਾਉਂਦੀਆਂ, ਜਿਹੜੀਆਂ ਹਿੰਦੂ ਸਿੱਖ ਦੇ ਵਿੱਚ ਫੁੱਟ ਪਾਉਂਦੀਆਂ, ਹਿੰਦੂ ਮੁਸਲਮਾਨ ਦੇ ਵਿੱਚ ਫੁੱਟ ਪਾਉਂਦੀਆਂ, ਉਹਨਾਂ ਦਾ ਜਿਹੜਾ ਇਹ ਸਾਰਾ ਕੁਛ ਹੈਗਾ, ਇਹ ਲੋਕਲ ਕਿਸੇ ਬੰਦਿਆਂ ਦੀ ਇਹ ਕਾਰਵਾਈ ਨਹੀਂ ਹੈਗੀ। ਦੇਖੋ ਪਿੰਡ ਦੇ ਵਿੱਚ ਤਾਂ ਜਦੋਂ ਲਾਊਡ ਸਪੀਕਰ ਸਵੇਰੇ 4 ਵਜੇ ਬੋਲਦਾ ਤਾਂ ਸਾਰੇ ਲੋਕ ਉੱਠਦੀ ਸਾਰ ਪਹਿਲਾਂ ਵਾਹਿਗੁਰੂ ਕਹਿੰਦੇ ਆ, ਔਰ ਜਦੋਂ ਹਿੰਦੂਆਂ ਦਾ ਕੋਈ ਉਹ ਬੋਲਦਾ ਤਾਂ ਵੀ ਉਹ ਜਿਹੜਾ ਹੈਗਾ ਚਾਹੇ ਮੂੰਹ ਤੋਂ ਵਾਹਿਗੁਰੂ ਕਹਿਣ, ਚਾਹੇ ਉਹ ਪਰਮਾਤਮਾ ਦਾ ਕਿਸੇ ਤਰੀਕੇ ਨਾਲ ਵੀ ਨਾਂ ਲੈਣ, ਤੇ ਉਹ ਲੋਕ ਨਾਂ ਲੈਂਦੇ ਆ ਜਿਹੜੇ ਪ੍ਰਮਾਤਮਾ ਦਾ ਨਾਂ ਲੈਂਦੇ ਆ, ਉਹ ਕਦੇ ਵੀ ਕਿਸੇ ਤਰ੍ਹਾਂ ਦੀ ਕਿਸੇ ਧਰਮ ਦੀ ਸਤਿਕਾਰ ਦੇ ਵਿੱਚ ਕਿਸੇ ਤਰ੍ਹਾਂ ਦਾ ਉਹ ਵਿਘਨ ਨਹੀਂ ਪਾਉਂਦੇ। ਸੋ ਇਹ ਤਾਂ ਕੈਪਟਨ ਸਾਹਿਬ ਦੀ ਕੀ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਰੋਕ ਲੱਗ ਸਕੇ ਸਾਰੇ ਮਾਮਲਿਆਂ ਤੇ? ਦੇਖੋ ਜਿਹੜੀਆਂ ਚੀਜ਼ਾਂ ਪਿੱਛੇ ਹੋ ਚੁੱਕੀਆਂ, ਮੇਰਾ ਖਿਆਲ ਹੈ ਵੀ ਉਹ, ਮੈਂ ਪਹਿਲਾਂ ਜਿਹੜੀ ਗੱਲ ਆਪਾਂ 84 ਵਾਲੀ ਗੱਲ ਕਰ ਚੁੱਕੇ ਹਾਂ ਨਾ, ਵੀ ਇਹ ਜਿਹੜੀਆਂ ਚੀਜ਼ਾਂ ਨਾ ਜਿਨ੍ਹਾਂ ਦੇ ਵਿੱਚ ਸਬੂਤ ਮਿਟਾ ਦਿੱਤੇ ਜਾਂਦੇ ਆ, ਉਹਨਾਂ ਚੀਜ਼ਾਂ ਨੂੰ ਫੋਲਣ ਦੀ ਲੋੜ ਨਹੀਂ ਹੈਗੀ। ਇਹਨਾਂ ਨੂੰ ਚਾਹੀਦਾ ਹੈਗਾ ਕਿ ਗੁਰਦੁਆਰਾ ਜਾਂ ਮੰਦਿਰ ਜਾਂ ਮਸੀਤਾਂ ਦੀਆਂ, ਮਸਜਿਦ ਦੀਆਂ ਜਿਹੜੀਆਂ ਕਮੇਟੀਆਂ ਹੈਗੀਆਂ, ਉਹਨਾਂ ਨੂੰ ਸਟਰੋਂਗ ਕੀਤਾ ਜਾਵੇ, ਉਹਦੇ ਵਿੱਚ ਵੱਡੇ CCTV ਕੈਮਰੇ ਲਵਾਏ ਜਾਣ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਦੁਰਘਟਨਾ, ਮਾੜੀ ਘਟਨਾ ਨਾ ਵਾਪਰੇ। ਔਰ ਲੋਕਾਂ ਦੇ, ਦੇਖੋ ਮੈਂ ਤੁਹਾਨੂੰ ਦੱਸਾਂ ਕਿ ਬਿਲਕੁਲ ਜਿਨ੍ਹਾਂ ਲੋਕਾਂ ਨੂੰ ਦੁੱਖ ਹੋਊਗਾ, ਤਕਲੀਫ ਹੋਊਗਾ, ਜਿਹੜੇ ਬਹੁਤ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਹੈਗੇ ਆ, ਉਹ ਪ੍ਰਮਾਤਮਾ ਦਾ ਭਾਣਾ ਮੰਨ ਕੇ ਚੁੱਪ ਕਰ ਜਾਂਦੇ ਆ। ਸਿਰਫ ਪੋਲੀਟੀਕਲ ਲੋਕ ਹੈਗੇ ਆ ਜਿਹੜੇ ਜਾਣ ਬੁੱਝ ਕੇ ਇਸ ਚੀਜ਼ ਨੂੰ ਠੰਡੀ ਨਹੀਂ ਹੋਣ ਦੇਣੀ ਚਾਹੁੰਦੇ। ਮੇਰਾ ਖਿਆਲ ਆਪਣਾ ਇਹ ਹੈਗਾ, ਉਹ ਜਾਣ ਜਾਣ ਕੇ ਖਰੀਦਦੇ ਰਹਿੰਦੇ ਆ ਔਰ ਲੋਕਾਂ ਦੇ ਸੈਂਟੀਮੈਂਟਸ ਨੂੰ ਭੜਕਾ ਕੇ ਉਹ ਇੱਕ ਵਿਵਾਦ ਖੜਾ ਰੱਖਣਾ ਚਾਹੁੰਦੇ ਆ ਤਾਂ ਕਿ ਜਿਹੜਾ ਹੈਗਾ ਇਹ ਇਸ ਪੰਜਾਬ ਦੇ ਵਿੱਚ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਆ, ਇਹਦੇ ਵਿੱਚ ਕਦੇ ਅੱਗਾ ਲੱਗਣ ਤੋਂ ਬੰਦ ਨਾ ਹੋਵੇ। ਅਗਲੀ ਖਬਰ ਵੱਲ ਆਪਾਂ ਮੂਵ ਕਰਦੇ ਹਾਂ। ਪੰਜਵੀਂ ਵੱਡੀ ਜਿਹੜੀ ਅਗਲੀ ਖਬਰ ਦੇ ਅਸੀਂ ਆਪਾਂ ਜੇ ਗੱਲ ਕਰਦੇ ਹਾਂ ਤਾਂ ਉਹ ਸਾਡੀ ਖਬਰ ਹੈਗੀ ਆ ਕਿ ਬਿਜਲੀ ਦੀ ਯੂਨਿਟ ਸਰਕਾਰ ਨੇ ਵਾਅਦਾ ਕੀਤਾ ਸੀਗਾ, ਜਿਹੜੇ ਇੰਡਸਟਰੀ ਏਰੀਆ ਨੇ ਇੱਥੇ ਅਸੀਂ ਜਿਹੜੀ ਬਿਜਲੀ ਯੂਨਿਟ ਹੈ ਉਹ ਘਟਾ ਦਾਂਗੇ, ਕਿਉਂਕਿ 7-8 ਰੁਪਏ ਰੇਟ ਹੁਣ ਚੱਲਦਾ, 5 ਰੁਪਏ ਤੱਕ ਲਿਆਵਾਂਗੇ। ਉਸ ਨੂੰ ਲੈ ਕੇ ਲੰਬੇ ਸਮੇਂ ਤੋਂ ਕਈ ਕਮੇਟੀਆਂ ਗਠਿਤ ਗਈਆਂ, ਮੀਟਿੰਗਾਂ ਹੋਈਆਂ, ਬੈਠਕਾਂ ਹੋਈਆਂ, ਤੇ 5 ਰੁਪਏ ਯੂਨਿਟ ਲਈ ਹੁਣ ਵਾਅਦੇ ਵੀ ਕਰਦੇ, ਐਲਾਨ ਵੀ ਕਰ ਦਿੱਤਾ ਗਿਆ 5 ਰੁਪਏ ਯੂਨਿਟ ਹੋ ਗਈ। ਪਰ ਬਿਜਲੀ ਮਹਿਕਮੇ ਦਾ ਇਹ ਕਹਿਣਾ ਆ ਕਿ ਅਸੀਂ ਇੰਡਸਟਰੀ ਨੂੰ ਜਦ 5 ਰੁਪਏ ਯੂਨਿਟ ਪ੍ਰੋਵਾਈਡ ਕਰਾਂਗੇ ਜਦ ਸਾਨੂੰ ਕੋਈ ਨੋਟੀਫਿਕੇਸ਼ਨ ਆਊਗਾ। ਨੋਟੀਫਿਕੇਸ਼ਨ ਕੋਈ ਆ ਨਹੀਂ ਰਿਹਾ। ਇੰਡਸਟਰੀ 5 ਰੁਪਏ ਦੇ ਹਿਸਾਬ ਨਾਲ ਬਿੱਲ ਮੰਗ ਰਹੀ ਆ, ਸਰਕਾਰ ਉੱਧਰੋਂ ਅਨਾਊਂਸ ਕਰ ਰਹੀ ਹੈ। ਹੋ ਕੀ ਰਿਹਾ ਇਹ? ਦੇਖੋ ਆਪਾਂ ਆਪਣੀ ਖੁਸ਼ਕਿਸਮਤੀ ਇਹ ਹੈਗੀ ਆ ਕਿ ਇਸ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਆਪਾਂ ਰਹਿ ਰਹੇ ਹਾਂ। ਜੇ ਆਪਾਂ ਇਸ ਖੁਸ਼ਕਿਸਮਤੀ ਫਤਿਹਗੜ੍ਹ ਜ਼ਿਲ੍ਹੇ ਦੀ ਵੀ ਇਹ ਹੈਗੀ ਆ ਕਿ ਇਸ ਦੇ ਵਿੱਚ ਸਭ ਤੋਂ ਵੱਡੀ ਇੰਡਸਟਰੀਅਲ ਹੱਬ ਜਿਹੜੀ ਹੈ ਗੋਬਿੰਦਗੜ੍ਹ ਬੈਠੀ ਸੀ, ਜਿਹੜੀ ਏਸ਼ੀਆ ਦੇ ਵਿੱਚ ਸਭ ਤੋਂ ਵੱਡੀ ਸਟੀਲ ਦੀ ਇੰਡਸਟਰੀ ਸੀ। ਅੱਜ ਇਹ ਹੋ ਚੁੱਕਿਆ ਕਿ ਉਸ ਇੰਡਸਟਰੀ ਨੂੰ ਤਾਲੇ ਲੱਗੇ ਹੋਏ ਆ। ਤੁਸੀਂ ਗੋਬਿੰਦਗੜ੍ਹ ਵੱਲ ਨੂੰ ਜਦੋਂ ਤੁਸੀਂ ਇਹਦੇ ਤੇ ਜਾਂਦੇ ਆ, ਐਲੀਵੇਟਡ ਰੋਡ ਤੇ ਜਾਂਦੇ ਆ, ਤੁਸੀਂ ਦੋਵੇਂ ਪਾਸੇ ਜਿਹੜਾ ਹੈਗਾ ਝਾਤੀ ਮਾਰ ਕੇ ਦੇਖ ਲਓ, ਵਿਰਾਨ ਹੋ ਚੁੱਕਿਆ। ਦੇਖ ਲਓ ਵੀ ਕਿੰਨੀਆਂ ਜਿਹੜੀਆਂ ਚਿਮਨੀਆਂ ਦੇ ਵਿੱਚੋਂ ਧੂੰਆਂ ਨਿਕਲ ਰਿਹਾ ਔਰ ਖੰਡਰ ਬਣੇ ਪਏ ਆ, ਬੁਰੀ ਹਾਲਤ ਹੈ। ਔਰ ਸਰਕਾਰਾਂ ਦੀ ਬੇਨਿਯਮੀ ਔਰ ਮਹਿੰਗਾਈ ਦੇ ਰੀਜ਼ਨ ਕਰਕੇ ਇਹ ਜਿਹੜਾ ਸਾਰਾ ਕੁਝ ਹੋਇਆ। ਔਰ ਇਸ ਚੀਜ਼ ਨੂੰ ਇਹ ਹੈਗਾ ਜੀ ਕਿ ਅੱਜ ਹਿਮਾਚਲ ਵੱਲ ਨੂੰ ਇੰਡਸਟਰੀ ਜਾ ਰਹੀ ਹੈ। ਰੀਜ਼ਨ ਕੀ ਹੈ ਕਿ ਉੱਥੇ ਉਹਨਾਂ ਨੂੰ ਇੰਨੇ ਸਾਰੇ ਪੈਕੇਜ ਮਿਲਦੇ ਆ ਜਿਨ੍ਹਾਂ ਦਾ ਸਦਕਾ ਉਹ ਸਾਰਾ ਕੁਝ ਆਪਣਾ ਚਲਾ ਰਹੇ ਆ, ਪੁੱਲ ਓਵਰ ਕਰ ਰਹੇ ਆ। ਪਰ ਸਾਡੀ ਬਦਕਿਸਮਤੀ ਹੈ ਕਿ ਪੰਜਾਬ ਦੇ ਵਿੱਚ ਔਰ ਗੋਬਿੰਦਗੜ੍ਹ ਦੀ, ਮੇਰੇ ਨਾਲ ਬਹੁਤ ਸਾਰੇ ਗੋਬਿੰਦਗੜ੍ਹ ਦੇ ਇੰਡਸਟਰੀਅਲਿਸਟ ਹੈਗੇ ਆ ਜਿਨ੍ਹਾਂ ਨਾਲ ਮੇਰੇ ਚੰਗੇ ਰਿਲੇਸ਼ਨ ਹੈਗੇ ਆ। ਉਹ ਦੱਸਦੇ ਆ ਕਿ ਸਭ ਤੋਂ ਵੱਡੀ ਮਾਰ ਉਹਨਾਂ ਨੂੰ ਬਿਜਲੀ ਦੀ ਹੈਗੀ ਹੈ। ਜਦੋਂ ਤੱਕ ਬਿਜਲੀ ਸਸਤੀ ਨਹੀਂ ਹੋਊਗੀ ਉਦੋਂ ਔਰ ਬਿਜਲੀ ਮਹਿਕਮੇ ਨੇ ਇੰਨੀਆਂ ਸਟਰੋਂਗ ਔਰ ਇੰਨੀਆਂ ਜ਼ਬਰਦਸਤ ਉਹ ਰੱਖੀਆਂ ਵੀ ਆ ਨਾ, ਨਿਯਮ ਰੱਖੇ ਵੇ ਹੈਗੇ ਆ। ਮੈਂ ਹੈਰਾਨ ਹੋ ਜਾਣਾ ਕਿ ਇੱਕ ਫੈਕਟਰੀ ਦਾ ਕਰੋੜ ਰੁਪਈਆ, ਇੱਕ ਫਰਨੈਸ ਦਾ ਕਰੋੜ ਰੁਪਈਆ ਬਿੱਲ ਮਹੀਨੇ ਦਾ ਆਉਂਦਾ। ਜੇ ਉਹ 10 ਦਿਨ ਨਹੀਂ, ਇੱਕ ਦਿਨ ਵੀ ਉਹਨਾਂ ਦਾ ਬਿਜਲੀ ਦਾ ਬਿੱਲ ਲੇਟ ਹੋ ਜਾਂਦਾ ਤਾਂ ਉਹਨਾਂ ਨੂੰ, ਉਹਨਾਂ ਦੀਆਂ ਸਲੈਬਾਂ ਬੜੀਆਂ ਵੀ ਆ,
ਕਿ ਪਹਿਲਾਂ ਉਹਨਾਂ ਨੂੰ 1%, ਫਿਰ 5%, ਇਸ ਤਰ੍ਹਾਂ ਕੁਛ ਹੈਗਾ ਸਮਥਿੰਗ। ਔਰ ਤੁਸੀਂ ਦੇਖੋ ਵੀ 1 ਕਰੋੜ ਦਾ ਜੇ 1% ਦੀ ਗੱਲ ਕਰੀਏ 1 ਲੱਖ ਰੁਪਇਆ ਬਣ ਜਾਂਦਾ, ਜੇ 10% ਦੀ ਗੱਲ ਕਰੀਏ ਤਾਂ 10 ਲੱਖ ਰੁਪਇਆ ਬਣ ਜਾਂਦਾ। ਇੰਨੀ ਮਾਰ ਖਾ ਕੇ ਕਿਹੜੀ ਇੰਡਸਟਰੀ ਹੈ ਜਿਹੜੀ ਚੱਲ ਸਕੂਗੀ? ਔਰ ਇਸ ਕਰਕੇ ਇਹ ਜਿਹੜਾ ਹੈਗਾ ਇਹਨਾਂ ਇੰਡਸਟਰੀਆਂ ਅੱਛਾ ਗਲਤੀ ਨਾਲ ਜੇ ਕਿਸੇ ਨੇ ਆਫ ਡੇ ਦੇ ਵਿੱਚ ਸਟਾਰਟਰ ਵੀ ਦੱਬਤਾ ਤਾਂ ਉਸ ਨੂੰ ਇੰਨਾ ਜ਼ਿਆਦਾ ਜੁਰਮਾਨਾ ਹੈਗਾ। ਮੇਰੇ ਕੋਲ ਇੱਕ ਕੇਸ ਸੀ ਪਿੱਛੇ, ਉਹਨਾਂ ਨੂੰ 10 ਲੱਖ ਰੁਪਇਆ ਜੁਰਮਾਨਾ ਪਾਇਆ ਵਾ ਜੀ, ਕਿਉਂਕਿ ਉਹਨਾਂ ਨੇ ਨੋਟ ਨਹੀਂ ਸੀ ਕਰਾਇਆ, ਉਹਨਾਂ ਨੂੰ ਪਤਾ ਨਹੀਂ ਸੀ ਕਿ ਅੱਜ ਜਿਹੜਾ ਆਫ ਡੇ ਹੈਗਾ। ਸਿੱਧਾ ਕੀ ਹੈ ਕਿ ਆਪਣਾ ਸਖਤਾਈਆਂ, ਝੂਠੇ ਲਾਰੇ, ਵਾਅਦੇ ਬਹੁਤ ਜ਼ਿਆਦਾ ਕੁਛ ਹੈ ਤੇ ਜਿਹੜਾ ਫਾਇਦਾ ਹੈ ਉਹ ਕਿਤੇ ਨਜ਼ਰ ਨਹੀਂ ਆ ਰਿਹਾ। ਫਾਇਦੇ ਤੋਂ ਹੀ ਜੇ ਅਸੀਂ ਆਪਣੀ ਅਗਲੀ ਖਬਰ ਵੱਲ ਵਧੀਏ ਤਾਂ ਅਗਲੀ ਖਬਰ ਹੈਗੀ ਆ ਥਰਮਲ ਪਲਾਂਟਾਂ ਨਾਲ ਸੰਬੰਧਿਤ। ਪੰਜਾਬ ਦੇ ਵਿੱਚ ਜਦ ਸਰਕਾਰ ਨੇ ਆਉਣ ਤੇ ਆਪਣੇ ਵਾਅਦੇ ਕੀਤੇ ਸੀ, ਮਨਪ੍ਰੀਤ ਬਾਦਲ ਹੋਣਾ ਨੇ ਵਾਅਦੇ ਕੀਤੇ ਸੀ ਨਵੀਂ ਇੰਡਸਟਰੀ ਮੁਰਸਰਜੀਤ ਕਰਾਂਗੇ, ਹੋਰ ਕੰਮ ਲੈ ਕੇ ਆਵਾਂਗੇ, ਨੌਜਵਾਨ ਕੰਮਾਂ ਤੇ ਲੱਗਣਗੇ, ਪਰ ਥਰਮਲ ਪਲਾਂਟ ਦੀ ਬਠਿੰਡੇ ਤੇ ਅਨੰਦਪੁਰ ਸਾਹਿਬ ਦੇ ਵਿੱਚ ਕਈ ਯੂਨਿਟ ਬੰਦ ਕਰਕੇ ਬੇਰੁਜ਼ਗਾਰ ਕਰਤਾ ਸਾਡੇ ਕਈ ਕਰਮਚਾਰੀਆਂ ਨੂੰ, ਹੈ ਨਾ। ਤੇ ਹੁਣ ਉਹ ਧਰਨੇਬਾਜ਼ੀ ਕਰ ਰਿਹਾ, ਅੱਜ 11 ਤੋਂ 12 ਦਿਨ ਹੋ ਚੁੱਕੇ ਆ ਧਰਨਿਆਂ ਤੇ ਬੈਠੇ ਤੇ ਕੋਈ ਹੱਲ ਨਹੀਂ ਸਰਕਾਰ ਕੱਢ ਰਹੀ। ਦੇਖੋ ਇੰਝ ਹੈ ਜੀ ਕਿ ਇਹ ਜਿਹੜਾ ਥਰਮਲ ਪਲਾਂਟਾਂ ਵਾਲੀ ਗੱਲ ਹੈਗੀ ਆ, ਦੇਖੋ ਕਿਸੇ ਹੱਦ ਤੱਕ ਬਹੁਤ ਸਾਰੀਆਂ ਚੀਜ਼ਾਂ ਜੈਨੂਅਨ ਹੈਗੀਆਂ। ਜਿਵੇਂ ਮੈਂ ਤੁਹਾਨੂੰ ਦੱਸਦਾ ਕਿ ਸੋਸਾਇਟੀ ਇੰਨੀ ਅੱਗੇ ਵੱਧ ਚੁੱਕੀ ਹੈ ਕਿ ਯੂਰੇਨੀਅਮ ਦਾ ਜ਼ਮਾਨਾ ਆ ਚੁੱਕਿਆ। ਅਸੀਂ ਹਾਲੇ ਵੀ ਕੋਲਾ ਫੂਕ ਕੇ ਸਵਾਹ ਇਕੱਠੀ ਕਰੀ ਜਾਂਦੇ ਹਾਂ। ਮੈਂ ਅਮਰੀਕਾ ਦੇ ਵਿੱਚ ਇੱਕ ਪਲਾਂਟ ਦੇਖਿਆ ਔਰ ਉਹ ਪਲਾਂਟ ਘੱਟੋ ਘੱਟ 10 ਕਿਲੋਮੀਟਰ ਲੰਬਾ ਸੀ ਔਰ ਸਾਰੇ ਦਾ ਸਾਰਾ ਖੰਡਰ ਹੋਇਆ ਪਿਆ ਸੀ ਔਰ ਉਹਦੀ ਜਿਹੜੀ ਲੋਹਾ ਹੈ ਉਹ ਸਾਰੇ ਨੂੰ ਉਹ ਹੁਣ ਕੁਆੜ ਦੇ ਵਿੱਚ ਵੇਚ ਰਹੇ ਸੀ, ਜਿਹੜਾ ਗੋਬਿੰਦਗੜ੍ਹ ਮੰਡੀ ਦੇ ਵਿੱਚ ਆਉਂਦਾ। ਰੀਜ਼ਨ ਕੀ ਸੀ? ਮੈਂ ਪੁੱਛਿਆ ਉੱਥੇ ਖੜ ਕੇ ਵੀ ਇਹ ਐਡਾ ਵੱਡਾ ਕਾਰਖਾਨਾ, ਇੰਨੀ ਜਗ੍ਹਾ ਤੁਹਾਡੇ ਕੋਲ, ਸਾਰਾ ਕੁਛ, ਕੀ ਕਰ ਰਹੇ ਆ ਤੁਸੀਂ? ਉਹ ਕਹਿੰਦੇ ਜੀ ਇਹਦਾ ਖਰਚਾ ਬਹੁਤ ਸੀ, ਇਸ ਪਲਾਂਟ ਦਾ ਇੰਨਾ ਖਰਚਾ ਸੀ ਜਿਹਨੂੰ ਅਸੀਂ ਮੀਟ ਨਹੀਂ ਸੀ ਕਰ ਸਕਦੇ। ਸਾਡੇ ਕੋਲ ਅੱਜ ਯੂਰੇਨੀਅਮ ਹੈ, ਅਸੀਂ ਥੋੜ੍ਹੀ ਜਿਹੀ ਉਹਦੇ ਨਾਲ ਬਹੁਤ ਵੱਡੇ ਕੰਮ ਕਰ ਸਕਦੇ ਸੀ। ਤੇ ਇਹੀ ਗੱਲ ਇੱਥੇ ਹੈਗੀ ਆ, ਪਲਾਂਟਾਂ ਦੀ ਹੈਗੀ ਆ। ਇਹ ਐਡੇ ਵੱਡੇ ਪਲਾਂਟ ਤੁਸੀਂ ਦੇਖਿਆ ਹੋਊਗਾ ਕਿ ਇਸ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੋਂ ਦੀ ਸਾਰੀ ਦਿਹਾੜੀ ਦੇ ਵਿੱਚ ਘੱਟੋ ਘੱਟ 10 ਟ੍ਰੇਨਾਂ ਜਿਹੜੀਆਂ ਹੈਗੀਆਂ ਕੋਲੇ ਦੀਆਂ ਲੰਘਦੀਆਂ ਔਰ ਇੱਕ ਵਾਰ ਦੇ ਵਿੱਚ ਇੱਕ ਟ੍ਰੇਨ ਕੋਲੇ ਦੀ ਉਹਦੇ ਵਿੱਚ ਗਿਰ ਜਾਂਦੀ ਹੈ। ਇਸ ਤਰ੍ਹਾਂ ਹੀ ਇੱਕ ਟਾਈਮ ਆ ਗਿਆ ਸੀ ਜਦੋਂ ਬਠਿੰਡੇ ਦੇ ਵਿੱਚ ਸਾਰੇ ਪਾਸੇ ਤੁਹਾਨੂੰ ਸਵਾਹ ਹੀ ਦਿਖਦੀ ਸੀ। ਰੀਜ਼ਨ ਕੀ ਸੀ? ਕਿ ਕੋਲਾ ਫੂਕ ਕੇ ਬਿਜਲੀ ਪੈਦਾ ਕਰਦੇ ਸੀ। ਕੋਲਾ ਲੈਣ ਬਿਹਾਰ ਜਾਂਦੇ ਸੀ, ਉਹਦੇ ਤੇ ਖਰਚੇ ਇੰਨੇ ਪੈਂਦੇ ਸੀ। ਅੱਜ ਸਾਨੂੰ ਸੋਚਣਾ ਕੁਦਰਤੀ ਜਿਹੜਾ ਸਰੋਤ ਖਤਮ ਹੁੰਦਾ ਜਾ ਰਿਹਾ। ਅੱਜ ਸਾਨੂੰ ਇਹ ਸੋਚਣਾ ਪਊਗਾ ਕਿ ਸਾਨੂੰ ਟੈਕਨੋਲੋਜੀ ਤਾਂ ਵਰਤਣੀ ਚਾਹੀਦੀ ਹੈ, ਨਵੀਂ ਲਿਆਉਣੀ ਚਾਹੀਦੀ ਹੈ, ਪਰ ਨਾਲ ਦੀ ਨਾਲ ਉਹ ਕੈਪਟਨ ਅਮਰਿੰਦਰ ਸਿੰਘ, ਉਹ ਮਨਪ੍ਰੀਤ ਬਾਦਲ, ਉਹ ਸਿੱਧੂ ਸਾਹਿਬ, ਜਿਨ੍ਹਾਂ ਨੇ ਐਡੇ ਵੱਡੇ ਵਾਅਦੇ ਕੀਤੇ ਕਿ ਅਸੀਂ ਜੀ 70 ਲੱਖ ਨੌਕਰੀ ਪੈਦਾ ਕਰਾਂਗੇ, ਹਰ ਸਾਲ ਦੇ ਵਿੱਚ ਇੰਨੀ ਨੌਕਰੀ ਦੇਵਾਂਗੇ, ਅੱਜ ਉਹ ਨੌਕਰੀਆਂ ਦੇਣ ਦੀ ਬਜਾਏ ਲੋਕਾਂ ਤੋਂ ਨੌਕਰੀਆਂ ਖੋਹ ਰਹੇ ਆ। ਜਿਹੜੇ ਘਰ ਚੱਲਦੇ ਸੀ, ਜਿਨ੍ਹਾਂ ਦੇ ਚੁੱਲ੍ਹੇ ਬਲਦੇ ਸੀ, ਉਹਨਾਂ ਨੇ ਸੜਕਾਂ ਦੇ ਉੱਤੇ ਬਿਠਾਤਾ ਸਟ੍ਰਾਈਕਾਂ ਕਰਕੇ। ਔਰ ਮੈਂ ਹੈਰਾਨ ਹੁੰਦਾ ਹਾਂ, ਮੈਂ ਬਹੁਤ ਸਾਰੀਆਂ ਡਿਬੇਟਸ ਦੇ ਵਿੱਚ ਜਾਂਦਾ ਰਹਿਣਾ ਹੈ ਕਿ ਐਸੀਆਂ ਹਾਸੋਹੀਣੀਆਂ ਗੱਲਾਂ ਕਰਦੇ ਆ, ਵੱਡੀਆਂ ਗੱਲਾਂ ਕਰਨ ਦੀ ਬਜਾਏ ਛੋਟੀਆਂ ਇੰਨੀਆਂ ਗੱਲਾਂ ਕਰਦੇ ਆ। ਪਿੱਛੇ ਇੱਕ ਸਕੀਮ ਬਣਾਈ ਕਿ ਜੀ ਅਸੀਂ ਇੱਕ ਮੋਟਰਸਾਈਕਲ ਟੈਕਸੀ ਸਿਸਟਮ ਸ਼ੁਰੂ ਕਰ ਰਹੇ ਆ। ਹਰ ਬੰਦਾ ਜਿਹਦੇ ਕੋਲ ਮੋਟਰਸਾਈਕਲ ਹੈਗਾ ਉਹ ਜੀ ਜਿਹਨੂੰ ਮਰਜ਼ੀ, ਜੇ ਤੁਸੀਂ ਬਸੀ ਤੋਂ ਫਤਿਹਗੜ੍ਹ ਸਾਹਿਬ ਜਾਣਾ ਤੇ ਉਹ ਛੱਡਣ ਜਾਊਗਾ, ਆਪਣੀ ਉਹ ਲੈ ਲੂਗਾ। ਮੈਂ ਕਿਹਾ ਜੀ ਉਹ ਕੱਲ ਨੂੰ ਉਹ ਕਹੂਗਾ ਵੀ ਚੱਲ ਯਾਰ 2 ਸਵਾਰੀਆਂ ਆ ਗਈਆਂ, ਫਿਰ ਉਹ 2 ਬਿਠਾ ਲੂਗਾ। ਫਿਰ ਉਹਦੇ ਕੋਲ 3 ਆ ਜਾਣਗੇ, ਉਹ 3 ਬਿਠਾ ਲੂਗਾ। ਉਹ ਮਤਲਬ ਡਬਲ ਰਾਈਡਿੰਗ ਦੀ ਥਾਂ ਟ੍ਰਿਪਲ ਰਾਈਡਿੰਗ, 4th ਰਾਈਡ, ਇਸ ਤਰ੍ਹਾਂ ਦੀ ਮਤਲਬ ਉਹ ਕੰਮ ਸ਼ੁਰੂ ਕਰ ਦੂਗਾ। ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਬਜਾਏ, ਹਾਸੋਹੀਣੀਆਂ ਗੱਲਾਂ ਕਰਨ ਦੀ ਬਜਾਏ, ਇਹਨਾਂ ਨੂੰ ਚਾਹੀਦਾ ਸੀ ਕਿ ਇਹ ਇਸ ਤਰ੍ਹਾਂ ਦੇ ਐਲਾਨ ਕਰਨ ਤੋਂ ਪਹਿਲਾਂ ਇਹਨਾਂ ਸਾਰੇ ਮੁਲਾਜ਼ਮਾਂ ਨੂੰ ਫਿੱਟ ਕਰਦੇ, ਉਹਨਾਂ ਨੂੰ ਪੋਸਟ ਕਰਦੇ ਕਿਤੇ ਨਾ ਕਿਤੇ ਕਰਕੇ, ਉਹਦੀ ਥਾਂ ਤੇ ਜਿਹੜਾ ਹੈਗਾ ਸੀ। ਇਹ ਤਾਂ ਨਾ ਮੈਂ ਇੱਕ ਤੁਹਾਨੂੰ ਦੱਸਦਾ ਕਿ ਇੱਕ ਐਸੇ ਸ਼ਰਾਰਤੀ ਆਦਮੀ ਨੇ ਪੰਜਾਬ ਦਾ ਇਸ ਤਰ੍ਹਾਂ ਦਾ ਜਿਹੜਾ ਮੈਨੀਫੈਸਟੋ ਬਣਾਇਆ ਔਰ ਉਹ ਮੈਨੀਫੈਸਟੋ ਬਣਾ ਕੇ ਤੇ ਕਰੋੜਾਂ ਰੁਪਈਆ ਲੈ ਕੇ, ਖਬਰ ਕਿੰਨੇ 100 ਕਰੋੜ ਰੁਪਈਆ ਉਹਦੀ ਜਿਹੜੀ ਸੀ ਫੀਸ ਸੀ, ਉਹ ਬਣਾ ਕੇ ਆਪਣਾ ਤੁਰਦਾ ਬਣਿਆ। ਚੱਕਰਾਂ ਦੇ ਵਿੱਚ ਇਹਨਾਂ ਨੂੰ ਪਾ ਗਿਆ ਔਰ ਕੈਪਟਨ ਸਾਹਿਬ ਚੁੱਪ ਕਰੇ ਬੈਠੇ ਆ। ਉਹਨਾਂ ਨੇ 2 ਬੰਸਰੀ ਵਜਾਉਣ ਵਾਸਤੇ ਬੰਦੇ 2-3 ਲਾਏ ਵੇ ਹੈਗੇ ਆ ਔਰ ਉਹ ਬੰਸਰੀਆਂ ਵਜਾ ਰਹੇ ਆ।
ਜਿਹਦਾ ਸਦਕਾ ਜਿਹੜਾ ਹੈਗਾ ਅੱਜ ਹਾਲਾਤ ਇੰਨੇ ਬੱਤਰ ਹੁੰਦੇ ਜਾ ਰਹੇ ਆ। ਦੇਖੋ ਮੈਂ ਮਤਲਬ ਇਹ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ, ਸਿਸਟਮ ਦੀ ਗੱਲ ਹੈ ਜਿਹੜੀ, ਸਾਰਾ ਸਿਸਟਮ ਵਿਗੜ ਚੁੱਕਿਆ। ਸਾਰਾ ਸਿਸਟਮ ਉਹੀ 1984 ਵੱਲ ਨੂੰ ਦੁਬਾਰਾ ਜਾ ਰਿਹਾ ਹੈ। ਔਰ ਇਹ ਸੋਚਣਾ ਪਊਗਾ ਸਰਕਾਰ ਨੂੰ, ਜੇ ਨਹੀਂ ਸੋਚੂਗੀ ਤਾਂ ਇਹ ਜਿਹੜਾ ਹੈਗਾ ਇਹਦੇ ਪ੍ਰਣਾਮ ਹੈ ਜਿਹੜੇ ਉਹ ਲੋਕਾਂ ਨੂੰ ਭੁਗਤਣੇ ਪੈਣਗੇ। ਇਹ ਸਰਕਾਰਾਂ ਵਾਲੇ ਤਾਂ ਆਪਣੇ 15-15 ਗਨਮੈਨ ਲੈ ਕੇ ਆਪਣੇ ਘਰ ਬੈਠ ਜਾਂਦੇ ਆ, ਔਰ ਆਮ ਜਨਤਾ ਜਿਹੜੀ ਗਰੀਬ ਜਨਤਾ ਹੈਗੀ ਆ ਜਾਂ ਮਾੜੇ ਮੋਟੇ ਲੋਕ ਰੋਟੀ ਖਾਂਦੇ ਲੋਕ ਹੈਗੇ ਆ, ਉਹਨਾਂ ਨੂੰ ਫਿਰ ਉਹੀ ਕੁਛ ਹਟਾਉਣਾ ਪਊ। ਬਿਲਕੁਲ ਆਮ ਜਨਤਾ ਹੀ ਜਿਹੜੀ ਪਿਸਦੀ ਜਾ ਰਹੀ ਹੈ, ਨੁਕਸਾਨ ਆਮ ਜਨਤਾ ਦਾ ਹੀ ਹੈ। ਆਪਾਂ ਆਪਣੀ ਲਾਸਟ ਖਬਰ ਵੱਲ ਨੂੰ ਜਿਹੜਾ ਮੂਵ ਕਰਦੇ ਆ, ਉਹ ਹੈਗੀ ਆ ਵਿਦੇਸ਼ ਦੀ ਧਰਤੀ ਤੋਂ ਹੈ। ਇੱਕ ਖਬਰ ਜਿਹੜੀ ਥੋੜੇ ਪਹਿਲਾਂ ਆਈ ਸੀਗੀ ਕਿ ਵਿਦੇਸ਼ਾਂ ਦੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਿਹੜਾ ਭਾਰਤੀ ਅਧਿਕਾਰੀਆਂ ਉਹਨਾਂ ਨੂੰ ਉੱਥੇ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਉਸ ਨੂੰ ਲੈ ਕੇ ਫਿਰ ਸਿੱਖ ਫੈਡਰੇਸ਼ਨ ਹੈ ਜਿਹੜੀ UK ਦੀ, ਉਹਨੇ ਇਸ ਦਾ ਖੰਡਨ ਵੀ ਕੀਤਾ, ਇੱਕ ਮੀਟਿੰਗ ਵੀ ਕੀਤੀ ਹੈ ਵੀ ਅਸੀਂ ਅਜੇ ਗੱਲ 'ਤੇ ਕੋਈ ਵਿਚਾਰ ਨਹੀਂ ਚੱਲ ਰਿਹਾ। ਉਸ ਤੋਂ ਇਲਾਵਾ ਇੱਕ ਹੋਰ ਜਿਹੜਾ ਯੂਰਪ ਦੇ ਇੱਕ ਸਥਾਨ ਹੈ, ਉੱਥੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਅਧਿਕਾਰੀਆਂ ਨੂੰ ਬੋਲਣ ਤੋਂ ਪਾਬੰਦੀ ਲਗਾਉਣ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਫਰਮਾਨ ਜਾਰੀ ਕੀਤਾ। ਕਿਉਂ ਪਾਬੰਦੀਆਂ ਕਿਉਂ ਲੱਗ ਰਹੀਆਂ ਭਾਰਤੀ ਅਧਿਕਾਰੀਆਂ ਦੇ ਉੱਥੇ ਬੋਲਣ ਤੋਂ? ਕੀ ਪ੍ਰੋਬਲਮ ਕ੍ਰੀਏਟ ਹੋ ਰਹੀਆਂ ਨੇ? ਦੇਖੋ ਜੇ ਮੈਂ ਇਸ ਸ਼ਬਦ ਤੇ ਬੋਲੂੰਗਾ ਨਾ ਤਾਂ ਬਹੁਤ ਸਾਰੀ ਕੰਟਰੋਵਰਸੀ ਖੜੀ ਹੋਊਗੀ, ਪਰ ਦੇਖੋ ਸੱਚਾਈ ਹੈ ਜੋ ਸੱਚਾਈ ਹੈ। ਇਹਨਾਂ ਚੀਜ਼ਾਂ ਦੇ ਵਿੱਚ ਮੈਂ ਬਿਲਕੁਲ, ਮੇਰਾ ਸਪਸ਼ਟ ਉਹ ਹੈਗਾ ਕਿ ਗੁਰਦੁਆਰਾ ਸਾਹਿਬਾਨ ਜਿੱਥੇ ਜਿੱਥੇ ਵੀ ਹੈਗੇ ਆ ਵਿਦੇਸ਼ਾਂ ਦੇ ਵਿੱਚ, ਉਹ ਰਾਜਨੀਤੀ ਦਾ ਅਖਾੜਾ ਬਣ ਚੁੱਕੇ, ਔਰ ਉਹਨਾਂ ਅਖਾੜਿਆਂ ਦੇ ਵਿੱਚ ਅੱਜ ਹਰੇਕ ਬੰਦਾ ਉਸ ਰਾਜਨੀਤੀ ਦਾ ਜਿਹੜਾ ਭਲਵਾਨ ਹੈਗਾ, ਉਹ ਚਾਹੁੰਦਾ ਕਿ ਬਾਹਰ ਤੋਂ ਕੋਈ ਭਲਵਾਨ ਅੰਦਰ ਨਾ ਵੜੇ। ਮੈਂ ਕੋਈ ਗੱਲਾਂ ਜਿਹੜੀਆਂ ਹੈਗੀਆਂ ਅਖਬਾਰਾਂ ਤੋਂ ਪੜ੍ਹ ਕੇ ਨਹੀਂ ਦੇਖ ਰਿਹਾ ਔਰ ਸੁਣ ਰਿਹਾ। ਮੈਨੂੰ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਜਾਣ ਦਾ ਮੌਕਾ ਮਿਲਿਆ। ਮੈਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਗਿਆ, ਔਰ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾ ਕੇ ਮੈਂ ਉੱਥੇ ਦਾ ਸਿਸਟਮ ਦੇਖਿਆ। ਸਿਸਟਮ ਜਿਹੜਾ ਧਾਰਮਿਕ ਤੌਰ 'ਤੇ ਸਿਸਟਮ ਸੀ, ਬਹੁਤ ਹੀ ਅੱਛਾ ਸਿਸਟਮ ਹੈਗਾ। ਲੰਗਰ ਦਾ ਸਿਸਟਮ ਬਹੁਤ ਅੱਛਾ ਹੈਗਾ, ਪ੍ਰਬੰਧ ਬਹੁਤ ਅੱਛਾ ਹੈਗਾ। ਪਰ ਕਿਤੇ ਨਾ ਕਿਤੇ ਜੇ ਅੱਜ ਪੰਜਾਬ ਦੇ ਵਿੱਚ ਅਸੀਂ ਕੋਈ ਮੰਗ ਕਰ ਰਹੇ ਹਾਂ, ਚਾਹੇ ਅਸੀਂ ਖਾਲਿਸਤਾਨ ਦੀ ਮੰਗ ਕਰ ਰਹੇ ਹਾਂ, ਚਾਹੇ ਕਿਤੇ ਦੀ ਕਰ ਰਹੇ ਹਾਂ, ਉਹ ਖਾਲਿਸਤਾਨ ਦੀ ਮੰਗ ਪੰਜਾਬ ਦੇ ਵਿੱਚ ਕਰਨ ਦੀ ਬਜਾਏ ਉਹਦਾ ਇੱਕ ਕੇਂਦਰ ਹੈ ਜਿਹੜਾ ਉਹ ਬਾਹਰਲੇ ਮੁਲਕ ਬਣਾਏ ਜਾ ਚੁੱਕੇ ਹੈ। ਔਰ ਦੂਸਰੀ ਗੱਲ, ਮੈਂ ਤਾਂ ਬਿਲਕੁਲ ਇਸ ਗੱਲ ਦੇ ਸਪਸ਼ਟ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਧਾਰਮਿਕ ਗੱਲ ਤੋਂ ਬਿਨਾਂ ਕੋਈ ਗੱਲ ਹੋਣੀ ਨਹੀਂ ਚਾਹੀਦੀ। ਜੇ ਇੱਥੇ ਤੋਂ ਕੋਈ ਬੰਦੇ ਜਾਣਗੇ, ਉਹ ਉੱਥੇ ਜਾ ਕੇ ਆਪਣੀ ਰਾਜਨੀਤੀ ਕਰਨਗੇ, ਵੋਟਾਂ ਮੰਗਣਗੇ, ਪੈਸੇ ਇਕੱਠੇ ਕਰਨਗੇ, ਉਹ ਬਿਲਕੁਲ ਹੋਣਾ ਹੀ ਨਹੀਂ ਚਾਹੀਦਾ। ਮੈਂ ਤਾਂ ਕਹਿਣਾ ਵੀ ਬਿਲਕੁਲ, ਮੈਂ ਕਹਿਣਾ ਲੋਕਲ ਗੁਰਦੁਆਰਿਆਂ ਦੇ ਵਿੱਚ ਵੀ ਜੇ ਕਿਸੇ ਬੰਦੇ ਨੇ ਜਾਣਾ ਹੈ ਤਾਂ ਉਹ ਸ਼ਰਧਾਲੂ ਬਣ ਕੇ ਔਰ ਸ਼ਰਧਾਵਾਨ ਬਣ ਕੇ ਨੰਗੇ ਪੈਰੀ ਜਾਵੇ। ਔਰ ਉਹ ਚੀਜ਼ਾਂ ਤਾਂ ਅਸੀਂ ਛੱਡਤੀਆਂ ਹੈਗੀਆਂ, ਤੇ ਅਸੀਂ ਇਹ ਇਸ ਤਰ੍ਹਾਂ ਦਾ ਬਿਆਨ ਦੇਣ ਦੀ ਹੀ ਕੀ ਲੋੜ ਸੀ? ਮੈਨੂੰ ਨਹੀਂ ਲੱਗਦਾ ਕੋਈ ਬਿਆਨ ਦੇਣ ਦੀ ਲੋੜ ਸੀ ਇਸ ਤਰ੍ਹਾਂ ਦਾ ਕਿ ਇੱਥੇ ਬਿਆਨ ਦਿੱਤੇ ਜਾ ਰਹੇ ਆ ਜੀ ਅਸੀਂ ਕਿਸੇ ਨੂੰ, ਹਿੰਦੁਸਤਾਨ ਵਾਲਿਆਂ ਨੂੰ ਵੜਨ ਨਹੀਂ ਦਾਂਗੇ। ਬਿਲਕੁਲ ਆਪਣੀ ਕਮੇਟੀ ਦੇ ਵਿੱਚ ਮਤਾ ਪਾਓ, ਤੁਸੀਂ ਕਹੋ ਜੀ ਵੀ ਦੇਖੋ ਇੱਥੇ ਕੀਰਤਨ ਹੋਊਗਾ, ਅਖੰਡ ਪਾਠ ਹੋਊਗਾ, ਸਹਿਜ ਪਾਠ ਹੋਊਗਾ, ਸਾਰਾ ਕੁਝ ਹੋਊਗਾ, ਪਰ ਇੱਥੇ ਜੀ ਜਿਹੜੀਆਂ ਹੈਗੀਆਂ ਪੋਲੀਟੀਕਲ ਬੰਦੇ ਆ ਕੇ ਬੋਲਦੇ ਆ ਜਾਂ ਲੀਡਰ ਸ਼ਰਧਾਂਜਲੀਆਂ ਦਿੰਦੇ ਆ, ਇਹ ਚੀਜ਼ਾਂ ਬੰਦ ਕਰੋ। ਇੱਕ ਪ੍ਰਮਾਤਮਾ ਦੇ ਆਸ਼ੇ ਦੇ ਵਿੱਚ ਆਉਣ ਦੀ ਬਜਾਏ ਅਸੀਂ ਪੋਲੀਟੀਕਲ ਆਸ਼ਾ ਉਹਨੂੰ ਬਣਾ ਕੇ ਰੱਖ ਲਿਆ। ਬਿਲਕੁਲ ਇਹ ਗੱਲ ਸਹੀ ਹੈ ਕਿ ਪੋਲੀਟੀਕਲ ਅਖਾੜਾ ਨਾ ਬਣਾਈਏ, ਸ਼ਰਧਾ ਨਾਲ ਜਾਈਏ, ਕਿਉਂਕਿ ਗੁਰਦੁਆਰੇ ਸਾਹਿਬਾਨ ਹੈ ਜਿਹੜੇ ਉਹ ਗੁਰੂ ਘਰ ਹੈ, ਉੱਥੇ ਜਿਹੜੀ ਰਿਸਪੈਕਟ ਆ, ਉਹ ਮਰਿਆਦਾ ਉਹਨੂੰ ਕਾਇਮ ਰੱਖੀਏ। ਸੋ ਅੱਜ ਅਸੀਂ ਗੱਲ ਕਰ ਰਹੇ ਸੀ ਧਾਰਨੀ ਸਾਹਿਬ ਹੋਣਾ ਨਾਲ, ਜਿਨ੍ਹਾਂ ਨੇ ਬਿਲਕੁਲ ਵਿਸਤਾਰ ਨਾਲ ਸਾਡੀਆਂ ਇਹਨਾਂ ਖਬਰਾਂ ਉੱਤੇ ਚਰਚਾ ਕੀਤੀ ਹੈ। ਹਫਤਾ ਦਰਸ਼ਨ ਅਸੀਂ ਕੀਤੇ ਆ, ਹਫਤੇ ਦੇ ਵਿੱਚ ਜਿਹੜੀਆਂ ਵੱਡੀਆਂ ਘਟਨਾਵਾਂ ਹੋਈਆਂ ਸਨ, ਵੱਡੀਆਂ ਖਬਰਾਂ ਜਿਹੜੀਆਂ ਸੀਗੀਆਂ, ਉਹਨਾਂ ਉੱਤੇ ਅਸੀਂ ਆਪਣੀ ਚਰਚਾ ਕੀਤੀ ਹੈ ਸਾਡੇ ਸ਼ੋਅ ਦੇ ਵਿੱਚ, ਸਿਪਾਸ਼ੀ ਰਿਪੋਰਟ ਦੇ ਵਿੱਚ। ਸੋ ਹੁਣ ਮੈਨੂੰ ਜਸਪ੍ਰੀਤ ਸਿੰਘ ਅਸ਼ਕ ਨੂੰ ਦਿਓ ਇਜਾਜ਼ਤ। ਇਸੇ ਤਰ੍ਹਾਂ ਮਿਲਾਂਗੇ ਅਗਲੇ ਵੀਕ ਨਵੀਆਂ ਵੱਡੀਆਂ ਖਬਰਾਂ ਨਾਲ। ਹਫਤੇ ਦੇ ਵਿੱਚ ਕੀ ਵਾਪਰਿਆ ਉਸ ਉੱਤੇ ਵਧੇਰੀ ਚਰਚਾ ਕਰਾਂਗੇ। ਧੰਨਵਾਦ।